ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਲੜੀਵਾਰ ਰੋਜ਼ਾਨਾ ਗੁਰਮਤਿ ਕਲਾਸ ਆਪਣੀ ਚੱਲ ਰਹੀ ਹੈ, ਇਹਦੇ ਚ ਅੱਜ ਅਸੀਂ ਸੰਗਤਾਂ ਦੇ ਸੁਝਾਅ ਨੂੰ ਮੁੱਖ ਰੱਖਦੇ ਹਾਂ ਥੋੜੀ ਜਿਹੀ ਵਿਚਾਰ ਓਪਨ ਕਰਨੀ ਆ ਆਪਾਂ, ਤੇ ਉਹ ਹੈਗੀ ਆ ਹੁਕਮ ਦੇ ਨਾਲ ਸੰਬੰਧਿਤ। ਕਿਉਂਕਿ ਗੁਰਮਤਿ ਨੇ ਜਿਹੜਾ ਬੇਸ ਦਿੱਤਾ ਸਾਨੂੰ, ਉਹ ਹੁਕਮ ਹੈ। ਉਹ ਜਦੋਂ ਹੁਕਮ ਵਾਲਾ ਪੱਖ ਸਾਡਾ ਸਮਝ ਆ ਜਾਵੇ ਜਾਂ ਕਾਫੀ ਹੱਦ ਤੱਕ ਕਲੈਰੀਫਾਈ ਹੋ ਜਾਏ, ਉਹ ਤੋਂ ਬਾਅਦ ਸਾਨੂੰ ਬਾਕੀ ਦੇ ਸ਼ਬਦ, ਬਾਕੀ ਦੀ ਗੁਰਮਤਿ ਵਿਚਾਰਧਾਰਾ ਉਹ ਸਮਝਣੀ ਸੌਖੀ ਹੋ ਜੂ। ਮੈਨੂੰ ਲੱਗਦਾ ਵੀ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਤੇ ਨਾ ਕਿਤੇ, ਉਹ ਆਪਾਂ ਹਲੇ ਕਿਉਂਕਿ ਹੁਕਮ ਨੂੰ ਆਪਾਂ ਚੰਗੀ ਤਰ੍ਹਾਂ ਸਮਝਣ ਦਾ ਯਤਨ ਨਹੀਂ ਕੀਤਾ, ਉਹਦੇ ਉਹਦੇ ਅਕੋਰਡਿੰਗ ਸ਼ਬਦ ਵੀ ਨਹੀਂ ਆ ਪਾਏ ਹਨਾ ਉਸ ਤਰ੍ਹਾਂ ਦੇ। ਕਿਉਂਕਿ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਗੱਲ ਗੁਰੂ ਸਾਹਿਬ ਨੇ ਹੁਕਮ ਦੀ ਕੀਤੀ ਹੈ। ਹੁਣ ਹੁਕਮ ਆਰੰਭ ਵਿੱਚ ਆ ਗਿਆ। ਜੀਵ ਹੈ ਜਿਹੜਾ, ਇਹ ਸੰਸਾਰ ਚ ਆਇਆ, ਇਹਨੂੰ ਭੇਜਿਆ ਗਿਆ। ਕਿਉਂ ਭੇਜਿਆ ਗਿਆ? ਕਿਉਂਕਿ ਇਹਨੂੰ ਹਉਮੈ ਦੀ ਲੱਗੀ ਹੈ ਮੈਲ। ਹਉਮੈ ਦੀ ਮੈਲ ਉਤਰਨੀ ਕਿਵੇਂ ਹੈ? ਉਹ ਉਤਰਨੀ ਹੈ ਮਾਲਕ ਦੇ, ਖਸਮ ਦੇ ਭਾਣੇ ਚ ਚੱਲ ਕੇ। ਭਾਣੇ ਚ ਚੱਲਣ ਦਾ ਅਰਥ ਹੁੰਦਾ ਹੈ ਰਜ਼ਾ ਵਿੱਚ ਚੱਲਣਾ, ਹੁਕਮ ਵਿੱਚ ਚੱਲਣਾ। ਆਪਣੀ ਮਰਜ਼ੀ, ਆਪਣੀ ਅਕਲ ਮਤ, ਆਪਣੀ ਬੁੱਧੀ ਦਾ ਤਿਆਗ ਕਰ ਦੇਣਾ, ਡੈਡੀਕੇਟਡ ਹੋ ਕੇ, ਸਮਰਪਿਤ ਭਾਵਨਾ ਬਣਾ ਕੇ ਤੁਰ ਪੈਣਾ, ਜਿਹਨੂੰ ਅਸੀਂ ਕਹਿੰਦੇ ਹਾਂ ਹਰ ਹੁਕਮ ਸੱਤ ਕਰਕੇ ਮੰਨਣਾ। ਤੋ ਜਪਜੀ ਸਾਹਿਬ ਦੇ ਆਰੰਭ ਚ ਆਇਆ ਵੀ ਜਿਹੜਾ ਜੀਵ ਹੈ ਇਹ ਹੈ ਮੈਲਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮੈਲ ਤੇ ਉੱਥੇ ਪਾਲ ਕਹਿਤਾ, ਪਾਲ ਮੀਨਸ ਦੀਵਾਰ। ਕਾਹਦੀ ਆ? ਉਹ ਹੈ ਕੂੜ ਦੀ, ਝੂਠ ਦੀ। ਕਿਵ ਕੂੜਾ ਟੁੱਟੈ ਪਾਲ, ਇਹ ਸਵਾਲ ਆ ਗਿਆ ਹੁਣ ਇਹ ਕੰਧ ਕਿਵੇਂ ਟੁੱਟੇ, ਇਹ ਮੈਲ ਕਿਵੇਂ ਲਏ ਝੂਠ ਦੀ। ਤੇ ਨਾਲ ਹੀ ਉਹਨਾਂ ਨੇ ਲਿਖ ਦਿੱਤਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੇ ਇਹ ਜੀਵ ਆਪਣੇ ਮਾਲਕ ਦੇ ਹੁਕਮ 'ਚ ਚੱਲ ਪਏ, ਆਪਣੀ ਮਰਜ਼ੀ ਮਤ ਨੂੰ ਤਿਆਗ ਦੇ, ਜੋ ਮਨ ਦੇ ਫੁਰਨੇ ਉੱਠਦੇ ਨੇ, ਮਨ ਦੇ ਵਿੱਚ ਵਿਚਾਰ, ਸੰਕਲਪ, ਆਸਾਵਾਂ, ਵਾਸ਼ਨਾਵਾਂ, ਭਾਵਨਾਵਾਂ, ਤ੍ਰਿਸ਼ਨਾਵਾਂ, ਲਾਲਸਾਵਾਂ ਆਦਿਕ ਬਹੁਤ ਕੁਝ ਉੱਠਦਾ ਹੈ ਅੰਦਰੋਂ, ਗੁਬਾਰ ਉੱਠਦਾ ਹੈ, ਉਹਨਾਂ ਨੂੰ ਕਰ ਲੈ ਕੰਟਰੋਲ 'ਚ, ਉਹਨਾਂ ਨੂੰ ਰੋਕ ਲੈ, ਉਹਨਾਂ ਤੇ ਕਾਬੂ ਪਾ ਲੈ, ਤੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕਰ ਦੇ। ਹੁਣ ਹੁਕਮ ਕਿੱਥੋਂ ਆਉਣਾ, ਕਿੱਥੋਂ ਸਮਝ ਪੈਣੀ ਹੈ? ਕਹਿੰਦੇ ਲਿਖਿਆ ਨਾਲ, ਮਨਾ ਤੇਰੇ ਨਾਲ ਹੀ ਲਿਖਿਆ ਹੋਇਆ, ਤੇਰੇ ਨਾਲ ਵਰਤ ਰਿਹਾ। ਹੁਕਮ ਤੇਰੇ ਅੰਦਰੋਂ ਹੀ ਸ਼ੁਰੂ ਹੁੰਦਾ ਹੈ, ਪਰ ਤੂੰ ਹੁਕਮ ਨੂੰ ਦੇਖਦਾ ਨਹੀਂ, ਹੁਕਮ ਨੂੰ ਸੁਣਦਾ ਨਹੀਂ, ਹੁਕਮ ਨੂੰ ਸਮਝਦਾ ਨਹੀਂ। ਉਹ ਤਾਂ ਉਹਨੇ ਲਿਖ ਕੇ ਦਿੱਤਾ ਹੈ ਰਿਟਨ 'ਚ। ਅਸੀਂ ਨਾ ਬਚਪਨ ਦੇ ਵਿੱਚ ਬੱਚਿਆਂ ਨੂੰ ਕਈ ਵਾਰੀ ਕੋਈ ਕੰਮ ਭੇਜਣਾ ਹੋਵੇ ਨਾ, ਸਾਨੂੰ ਪਤਾ ਹੀ ਬੱਚਾ ਭੁੱਲ ਜਾਏ, ਅਸੀਂ ਕਹਿੰਦੇ ਬੇਟਾ ਲਿਖ ਕੇ ਜੇਬ 'ਚ ਪਾ ਲੈ, ਪਰਚੀ ਤੇਰੇ ਨਾਲ ਰਹੇਗੀ, ਤੈਨੂੰ ਯਾਦ ਰਹੇਗਾ ਲਿਖਿਆ ਹੋਇਆ। ਉਸ ਤਰੀਕੇ ਨਾਲ ਭਾਵ ਵੀ ਉਹਨੇ ਤੇਰੇ ਨਾਲ ਹੀ ਦਿੱਤਾ, ਉਹਨੇ ਇਹ ਨਹੀਂ ਰੱਖਿਆ ਵੀ ਹੁਕਮ ਕਿਤੇ ਹੋਰ ਹੈ, ਤੂੰ ਕਿਤੇ ਹੋਰ ਹੈ। ਤੇਰੇ ਨਾਲ ਲਿਖਿਆ ਭਾਵ ਤੇਰੇ ਨਾਲ ਵੱਜ ਰਿਹਾ, ਤੇਰੇ ਨਾਲ ਬੋਲ ਰਿਹਾ, ਤੈਨੂੰ ਸੁਣਾ ਰਿਹਾ, ਤੈਨੂੰ ਸਮਝਾ ਰਿਹਾ। ਉਹ ਮਿਟਣ ਵਾਲਾ ਨਹੀਂ ਹੈ ਹੁਕਮ ਕਦੇ ਵੀ। ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਚੱਲ ਪਏ। ਨਾਨਕ ਜਿਹੜਾ ਲਿਖਿਆ ਨਾਲ ਹੈ ਨਾ, ਉਹਦੇ ਨਾਲ, ਹੁਕਮ ਨਾਲ ਸਹਿਮਤ ਹੋ ਜਾਏ, ਉਹਨੂੰ ਸਮਰਪਿਤ ਹੋ ਜਾਏ, ਮਨ ਮਰਜ਼ੀ ਤਿਆਗ ਦੇ, ਕਹਿੰਦੇ ਕੂੜ ਦੀ ਕੰਧ ਟੁੱਟ ਜਾਏ। ਹੁਣ ਹੁਕਮ ਦੀ ਵਿਆਖਿਆ ਕੀਤੀ ਅੱਗੇ ਗੁਰੂ ਸਾਹਿਬ ਨੇ, ਹੁਕਮੀ ਹੋਵਨ ਆਕਾਰ। ਇਹਨੂੰ ਮੈਂ ਸੰਖੇਪ 'ਚ ਹੀ ਰੱਖਾਂਗਾ, ਇਹ ਜਪਜੀ ਸਾਹਿਬ ਦੀ ਪੌੜੀ ਹੈ ਜੀ, ਤੇ ਬੜੀ ਲੰਮੀ ਵਿਆਖਿਆ ਮੰਗਦੀ ਹੈ, ਪਰ ਆਪਾਂ ਸਿਰਫ ਇੰਨਾ ਕੁ ਸਮਝਣਾ ਵੀ ਸਾਨੂੰ ਬਾਕੀ ਦੀ ਗੱਲ ਸ਼ਾਇਦ ਸਮਝਣ ਵਿੱਚ ਸੌਖ ਹੋ ਜਾਏ। ਜਿਹੜੀਆਂ ਪ੍ਰੋਬਲਮ ਸੰਗਤਾਂ ਵਿੱਚੋਂ ਕੁਝ ਸੱਜਣਾ ਨੂੰ, ਕੁਝ ਸੰਗਤਾਂ ਨੂੰ ਆ ਰਹੀਆਂ ਨੇ, ਜਿਹੜੇ ਇਸ ਪਾਸੇ ਤੁਰੇ ਨੇ, ਜਿਹੜੇ ਵਾਕਈ ਮਨ ਦੇ ਵਿੱਚ ਇੱਕ ਕਹਿ ਲਈਏ ਇੱਕ ਤੜਫ, ਇੱਕ ਪਿਆਸ ਲੈ ਕੇ ਤੁਰੇ ਨੇ, ਉਹਨਾਂ ਨੂੰ ਫਿਰ ਗੱਲ ਸੌਖੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿਹੜਾ ਪਰਮੇਸ਼ਰ ਦਾ, ਸੱਚ ਦਾ ਹੁਕਮ ਹੈ, ਜਿੰਨੇ ਆਕਾਰ ਨੇ ਉਹ ਸਾਰੇ ਉਹਦੇ ਹੁਕਮ ਨਾਲ ਹੀ ਬਣੇ ਨੇ, ਭਾਵ ਉਸੇ ਨੇ ਸਾਜੇ ਨੇ, ਉਸੇ ਨੇ ਬਣਾਏ ਨੇ। ਉਹਨੇ ਹੁਕਮ ਕੀਤਾ, ਪਹਾੜ ਬਣ ਗਿਆ, ਹੁਕਮ 'ਚ ਸੂਰਜ ਬਣਿਆ, ਹੁਕਮ 'ਚ ਤਾਰੇ, ਚੰਦਰਮਾ, ਧਰਤੀ, ਜੋ ਸਾਰੀ ਕਾਇਨਾਤ, ਕੁਦਰਤ, ਰਚਨਾ, ਸ੍ਰਿਸ਼ਟੀ, ਇਹ ਜੀਵ ਜਿਹੜਾ ਸਾਨੂੰ ਆਕਾਰ ਮਿਲਿਆ। ਆਕਾਰ ਦਾ ਅਰਥ ਹੁੰਦਾ ਜਿਹਨੂੰ ਤੁਸੀਂ ਅੱਖਾਂ ਨਾਲ ਵੇਖ ਸਕਦੇ ਹੋ।
ਕਿਉਂਕਿ ਕਿਸੇ ਚੀਜ਼ ਦਾ ਆਕਾਰ ਹੈ, ਸਾਡਾ ਵੀ ਆਕਾਰ ਹੈ ਨਾ, ਸਾਡੇ ਘਰ ਦਾ ਆਕਾਰ ਹੈ, ਵਸਤੂਆਂ ਦਾ ਆਕਾਰ ਹੈ, ਧਰਤੀ ਦਾ ਆਕਾਰ ਹੈ, ਚੰਦਰਮਾ ਸੂਰਜ ਦਾ ਵੀ ਆਕਾਰ ਹੈ। ਹਰੇਕ ਚੀਜ਼ ਆਕਾਰ ਜੋ ਦ੍ਰਿਸ਼ਟੀਮਾਨ ਹੈ, ਉਹ ਆਕਾਰ ਕਿਵੇਂ ਬਣਿਆ? ਕਹਿੰਦੇ ਹੁਕਮ ਨਾਲ ਬਣਿਆ। ਪਰਮੇਸ਼ਰ ਦਾ ਹੁਕਮ, ਜਾਂ ਹੁਕਮ ਕਿੱਡਾ ਵੱਡਾ ਹੈ, ਕਿਤਨਾ ਬੇਅੰਤ ਹੈ, ਕਿਤਨਾ ਸ਼ਕਤੀਸ਼ਾਲੀ ਹੈ, ਉਹਦੀ ਵਿਆਖਿਆ ਹੋ ਰਹੀ ਹੈ। ਤੇ ਜੀਵ, ਕਮਾਲ ਦੀ ਗੱਲ ਹੈ ਵੀ ਐਡੇ ਵੱਡੇ ਹੁਕਮ ਨੂੰ ਛੱਡ ਕੇ ਆਪਣੀ ਨਿੱਕੀ ਜਿਹੀ ਹੁਕਮੀ ਲਈ ਫਿਰਦਾ ਹੈ, ਆਪਣੀ ਮੱਤ ਨਿੱਕੀ ਜਿਹੀ, ਉਹੀ ਨੀ ਮਾਨ ਇਹਨੂੰ ਟਿਕਣ ਨਹੀਂ ਦੇ ਰਹੀ। ਸਮੱਸਿਆ ਮੋਹ ਹੀ ਪੈਦਾ ਕਰ ਰਹੀਆਂ ਨੇ ਸਾਰੀਆਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਕਹਿੰਦੇ ਕਥਨ ਨਹੀਂ ਹੋਣਾ, ਧਿਆਨ ਵਿੱਚ ਰੱਖਿਓ, ਨੂੰ ਤੁਸੀਂ ਕਹਿ ਨਹੀਂ ਸਕਦੇ। ਕਹਿਣ ਦਾ ਅਰਥ ਹੈ ਇਹਨੂੰ ਅਸੀਂ ਪੂਰਨ ਰੂਪ ਚ ਐਕਸਪਲੇਨ ਨਹੀਂ ਕਰ ਸਕਦੇ, ਇਹਨੂੰ ਡਿਸਕ੍ਰਾਈਬ 100% ਨਹੀਂ ਕੀਤਾ ਜਾ ਸਕਦਾ। ਇਹਦਾ ਕਥਨ ਨਹੀਂ ਹੋ ਸਕਦਾ, ਇਹਨੂੰ ਸਮਝੀ ਜਾਓ, ਸਮਝੀ ਜਾਓ, ਇਹਦੇ ਬਾਬਤ ਗੱਲਾਂ ਕਰੀ ਜਾਓ, ਵਿਚਾਰਾਂ ਕਰੀ ਜਾਓ, ਪਰ ਇਹ ਪੂਰਾ ਹੁਕਮ ਕੀ ਹੈ? ਉਹ ਹੁਣ ਦੇਖੋ, ਗੁਰੂ ਨਾਨਕ ਦੇਵ ਜੀ ਦੀ ਪੰਕਤੀ ਹੈ ਇਹ, ਜਿਨ੍ਹਾਂ ਨੂੰ ਅਸੀਂ ਸਰਬ ਕਲਾ ਸਮਰੱਥ ਕਹਿੰਦੇ ਆ। ਉਹ ਵੀ ਕਹਿੰਦੇ ਨੇ ਪਰਮੇਸ਼ਰ ਦਾ ਹੁਕਮ ਇਤਨਾ ਬੇਅੰਤ ਹੈ, ਕਿਹਾ ਨਹੀਂ ਜਾ ਸਕਦਾ ਪੂਰਾ। ਕਿਵੇਂ ਕਹੋਗੇ? ਕਹਿੰਦੇ ਹੈ ਕਿੱਡਾ ਵੱਡਾ, ਕਿੱਥੇ ਕਿੱਥੇ ਚੱਲਦਾ, ਕਿਵੇਂ ਕਿਵੇਂ ਚੱਲਦਾ, ਕੀ ਬਿਆਨ ਕਰਾਂ। ਪਰ ਇੰਨਾ ਜ਼ਰੂਰ ਪਤਾ ਲੱਗ ਗਿਆ, ਹੁਣ ਆਹ ਗੱਲ ਦਾ ਬੋਧ ਹੋ ਗਿਆ ਕਿ ਜਿੱਥੇ ਜੋ ਵੀ ਹੋ ਰਿਹਾ, ਕੁਦਰਤੀ ਵਰਤਾਰੇ ਵਰਤ ਰਹੇ ਨੇ, ਦਿਨ ਹੈ, ਰਾਤ ਹੈ, ਗਰਮੀ ਹੈ, ਸਰਦੀ ਹੈ, ਹਵਾਵਾਂ ਨੇ, ਅੱਗ ਹੈ, ਤਪਸ਼ ਹੈ, ਠੰਡ ਹੈ, ਮੀਂਹ ਹੈ, ਕੁਛ ਵੀ ਹੈ, ਭੁਚਾਲ ਹੈ, ਜੋ ਵੀ ਹੈ, ਉਹਦੇ ਪਿੱਛੇ ਉਹਦਾ ਹੁਕਮ ਵਰਤ ਰਿਹਾ। ਇਹਨੂੰ ਕਿਹਾ ਨਹੀਂ ਜਾ ਸਕਦਾ। ਪਰ ਬੁੱਝਣਾ ਪਏਗਾ, ਆਪਣੇ ਅੰਦਰੋਂ ਹੀ ਸੋਝੀ ਆ ਜਾਵੇ, ਬੰਦਾ ਬੁੱਝ ਲਏ, ਪਤਾ ਲੱਗ ਜਾਏ ਵੀ ਹਾਂ ਵਾਕਈ ਖੇਡ ਤਾਂ ਹੁਕਮ ਦੀ ਹੈ। ਉਹ ਤੋਂ ਬਾਅਦ ਫਿਰ ਇਹ ਹਾਕਮ ਵੱਲ ਨੂੰ ਤੁਰਨਾ ਸ਼ੁਰੂ ਹੁੰਦਾ। ਹੁਕਮੀ ਹੋਵਨ ਜੀ, ਜੀ ਜੋਤ, ਉਹਨੇ ਹੁਕਮ ਨਾਲ ਵੱਖ ਕੀਤੀ, ਪੈਦਾ ਕੀਤੀ, ਇਹਨੂੰ ਕ੍ਰੀਏਟ ਕੀਤਾ। ਹੁਕਮ ਮਿਲੇ ਵਡਿਆਈ, ਫਿਰ ਜਿਹੜੀ ਵਡਿਆਈ ਮਿਲਦੀ ਹੈ ਸੱਚਖੰਡ ਦੀ, ਪਰਮੇਸ਼ਰ ਦੇ ਘਰ ਦੀ, ਨਾਮ ਦੀ ਵਡਿਆਈ ਹੈ ਜਿਹੜੀ, ਇੱਕ ਤਾਂ ਸੰਸਾਰ ਦੀ ਹੈ ਨਾ, ਹੁਕਮ ਦੀ ਵਡਿਆਈ, ਨਾਮ ਦੀ ਵਡਿਆਈ, ਉਹ ਵੀ ਉਹਦੇ ਹੁਕਮ ਚ ਮਿਲਦੀ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਹੇ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਣ ਕਹਿੰਦੇ ਹਰ ਘਟਨਾ, ਹਰ ਗੱਲ ਦੇ ਪਿੱਛੇ ਹੁਕਮ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ। ਕੋਈ ਵੀ ਜੀਵ ਜੋ ਉਹਨੇ ਪੈਦਾ ਕੀਤਾ ਹੈ, ਕੋਈ ਵੀ ਕ੍ਰੀਏਸ਼ਨ, ਕੋਈ ਵੀ ਰਚਨਾ, ਕੋਈ ਵੀ ਘਾੜਤ ਜੋ ਉਹਨੇ ਘੜੀ ਹੈ, ਬਣਾਈ ਹੈ, ਕ੍ਰੀਏਟ ਕੀਤੀ ਹੈ, ਉਹ ਸਭ ਉਹਦੇ ਹੁਕਮ ਦੇ ਵਿੱਚ ਹੀ ਹੈ, ਹੁਕਮ ਤੋਂ ਬਾਹਰ ਨਹੀਂ ਹੈ। ਕਿਉਂਕਿ ਪਰਮੇਸ਼ਰ ਦੀ ਖੇਡ ਵਰਲਡ ਵਾਈਜ਼ ਚੱਲ ਰਹੀ ਹੈ, ਉਹਦੀ ਖੇਡ 'ਚ ਬੜਾ ਕੁਛ ਹੈ। ਖੇਡ ਦੇ ਵਿੱਚ ਹਾਰ ਵੀ ਹੁੰਦੀ ਹੈ, ਜਿੱਤ ਵੀ ਹੁੰਦੀ ਹੈ, ਲੜਨਾ ਵੀ ਹੁੰਦਾ ਹੈ, ਭਿੜਨਾ ਵੀ ਹੁੰਦਾ ਹੈ, ਹੱਸਣਾ ਵੀ ਹੁੰਦਾ ਹੈ, ਰੋਣਾ ਵੀ ਹੁੰਦਾ ਹੈ। ਜਿਵੇਂ ਕਿ ਇੱਕ ਫਿਲਮ ਹੈ, ਕੋਈ ਸੀਰੀਅਲ ਹੈ ਟੀਵੀ 'ਚ, ਹਰੇਕ ਤਰ੍ਹਾਂ ਦਾ ਉਹ 'ਚ ਮੈਟਰ ਹੁੰਦਾ ਹੈ। ਸਾਰਾ ਕੁਝ ਹੁਕਮ 'ਚ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਜੇ ਕੁਛ ਉਹਦੇ ਹੁਕਮ ਤੋਂ, ਜਾਂ ਜੇ ਕੋਈ ਜੀਵ, ਕੋਈ ਵਸਤੂ ਪਦਾਰਥ ਹੁਕਮ ਤੋਂ ਬਾਹਰ ਹੈ, ਫਿਰ ਪਰਮੇਸ਼ਰ ਤੋਂ ਵੱਡਾ ਹੋ ਜਾਏਗਾ, ਫਿਰ ਰੱਬ ਤੋਂ, ਸੱਚ ਤੋਂ ਵੱਡਾ ਹੈ ਉਹ। ਕਿਉਂਕਿ ਉਹ ਕਹਿੰਦੇ ਮੈਂ ਨਹੀਂ ਹੁਕਮ ਮੰਨਦਾ, ਮੇਰੇ ਤੇ ਨਹੀਂ ਚੱਲਦਾ। ਜਿਵੇਂ ਸਾਡੇ ਦੇਸ਼ ਦਾ ਕਾਨੂੰਨ ਦੂਸਰੇ ਦੇਸ਼ 'ਚ ਨਹੀਂ ਚੱਲਦਾ, ਤੇ ਇਟ ਮੀਨਸ ਉਹਦੇ ਬਰਾਬਰ ਕੋਈ ਪਾਵਰ ਖੜੀ ਹੈ ਨਾ ਫਿਰ ਦੂਸਰੇ ਦੇਸ਼ ਵਾਲੀ। ਜੇ ਪਰਮੇਸ਼ਰ ਦੇ ਹੁਕਮ ਨੂੰ ਕੋਈ ਨਾ ਮੰਨੇ, ਵੀ ਮੈਂ ਤੇਰਾ ਹੁਕਮ ਨਹੀਂ ਮੰਨਦਾ, ਮੈਂ ਆਪਣਾ ਮਨਾਉਣਾ, ਫਿਰ ਉਹਦੇ ਪੈਰਲਲ ਇੱਕ ਹੋਰ ਪਾਵਰ ਆ ਗਈ, ਫਿਰ ਉਹ ਦੋ ਰੱਬ ਹੁਕਮ ਮੰਨਣੇ ਪੈਣਗੇ। ਇਸ ਕਰਕੇ ਕਿਹਾ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਣ ਕਰਨਾ ਕੀ ਹੈ? ਨਾਨਕ ਹੁਕਮ ਹੈ ਜੇ ਬੁਝੈ, ਬਸ ਇੱਥੇ ਗੁਰੂ ਸਾਹਿਬ ਲਿਆ ਰਹੇ ਨੇ ਸਾਨੂੰ। ਹੁਣ ਇਸੇ ਗੱਲ ਦੀ ਵਿਚਾਰ ਸਾਰੀ ਬਾਣੀ 'ਚ ਚੱਲੀ ਜਾਣੀ ਹੈ। ਹੁਕਮ ਬੁਝਾਇਆ ਸਾਨੂੰ, ਹੁਕਮ ਦੀ ਸੋਝੀ ਦਿੱਤੀ ਹੈ। ਅਰੇ ਸੌਖੀ ਨਹੀਂ ਆਉਂਦੀ ਹੁੰਦੀ। ਹਾਂ, ਬਖਸ਼ਿਸ਼ ਹੋ ਜਾਏ, ਪੂਰਬਲਾ ਭਾਗ ਜਾਗ ਪਏ, ਪਿਛਲੀ ਮਿਹਨਤ ਫਲੀ ਭੂਤ ਹੋ ਜਾਏ, ਇਹਦਾ ਤਤ ਗਿਆਨ ਬਲ ਪਏ, ਇਹ ਇੱਕ ਦਿਨ 'ਚ ਵੀ ਸਮਝ ਸਕਦਾ ਹੈ, ਇੱਕ ਮਹੀਨੇ 'ਚ, ਇੱਕ ਸਾਲ 'ਚ ਵੀ ਸਮਝ ਸਕਦਾ ਹੈ। ਇਹਨੂੰ ਇੱਕ ਜਨਮ ਵੀ ਲੱਗ ਸਕਦਾ, ਇਹਨੂੰ ਕਈ ਜਨਮ ਵੀ ਲੱਗ ਸਕਦੇ ਨੇ। ਇਹ ਗੱਲ ਸਾਨੂੰ ਮੰਨ ਕੇ ਚੱਲਣਾ ਪਏਗਾ, ਕਿਉਂਕਿ ਗੁਰਬਾਣੀ, ਗੁਰਮਤ ਇਸੇ ਆਧਾਰ ਤੇ ਚੱਲ ਰਹੀ ਹੈ। ਕਈ ਜਨਮਾਂ ਦੀ ਖੇਡ ਹੈ ਜੀ ਇਹ। ਆਮ ਜੀਵ ਹੈ ਨਾ, ਜਿਹੜਾ ਆਮ, ਜਿਹੜਾ ਮਾਇਆ 'ਚ ਰਚਿਆ ਰਿਹਾ, ਸੰਸਾਰ ਦੇ ਮੋਹ ਮਾਇਆ 'ਚ ਫਸਿਆ ਰਿਹਾ, ਉਹ ਤੇ ਕਹਿੰਦੇ ਇਹਦੇ 'ਚ ਕਈ ਕਈ ਜਨਮ ਵੀ ਨਹੀਂ ਨਿਕਲ ਪਾਉਂਦਾ। ਰਵਿਦਾਸ ਜੀ ਖੁਦ ਕਬੂਲ ਕਰਕੇ ਗਏ ਨੇ, ਬਹੁਤ ਜਨਮ ਵਿਛਰੇ ਥੇ ਮਾਧੋ।
ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਗੁਰੂ ਤੇਗ ਬਹਾਦਰ ਜੀ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਗੁਰੂ ਅਰਜਨ ਦੇਵ ਜੀ। ਕਿਉਂਕਿ ਹੁਕਮ ਵਿੱਚ ਚੱਲਣ ਦੀ ਜਾਚ ਨਹੀਂ ਆਈ, ਹੁਕਮ ਸਮਝ ਨਹੀਂ ਆਇਆ, ਹੁਕਮ ਬੁੱਝਿਆ ਨਹੀਂ ਗਿਆ। ਜਦੋਂ ਇਹਨੇ ਹੁਕਮ ਬੁੱਝਿਆ, ਨਾਨਕ ਹੁਕਮ ਹੈ ਜੇ ਬੁੱਝੈ, ਫਿਰ ਅਗਲੀ ਗੱਲ ਫੇਰ ਸ਼ੁਰੂ ਹੋਣੀ ਹੈ। ਤਾਂ ਕੰਡੀਸ਼ਨ ਆ ਗਈ, ਤਾਂ ਕੀ ਕਰੇਗਾ? ਹਉਮੈ ਕਹੈ ਨਾ ਕੋਈ। ਜਦੋਂ ਇਹਨੇ ਹੁਕਮ ਦੀ ਖੇਡ ਨੂੰ ਸਮਝਿਆ, ਬੁੱਝਿਆ, ਜਾਣਿਆ, ਹਉਮੈ ਮਿਟ ਗਈ ਨਾਲ ਹੀ। ਹਉਮੈ ਉਦੋਂ ਮਿਟੀ ਹੈ ਕਿਉਂਕਿ ਜਿੰਨਾ ਚਿਰ ਹੁਕਮ ਨਹੀਂ ਸੀ ਬੁੱਝਿਆ, ਉਦੋਂ ਇੱਕ ਹੁਕਮ ਹੋਰ ਚੱਲਦਾ ਸੀ। ਹੁਣ ਧਿਆਨ ਦਿਓ, ਹੁਣ ਹੁਕਮ ਦੀ ਦੂਸਰੀ ਪਰਿਭਾਸ਼ਾ ਕੀ, ਕਿਉਂਕਿ ਹੁਕਮ ਦੀ ਖੇਡ ਬੜੀ ਬਰੀਕ ਹੈ, ਬੜੀ ਲੰਮੀ ਚੱਲਣੀ ਹੈ। ਸਾਰੀ ਗੁਰਬਾਣੀ 'ਚ ਬਾਰ-ਬਾਰ ਇਹਦੀ ਗੱਲ ਆਣੀ ਹੈ। ਤੇ ਕਿਤੇ ਨਾ ਕਿਤੇ ਜਾ ਕੇ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਪਰਸੋਂ ਨਹੀਂ ਤਾਂ 10 ਦਿਨ, 10 ਨਹੀਂ ਤਾਂ ਮਹੀਨੇ ਬਾਅਦ ਕੋਈ ਐਸੀ ਪੰਕਤੀ, ਐਸਾ ਸ਼ਬਦ, ਐਸੀ ਵਿਚਾਰ ਹੈਗੀ ਸਾਡੇ ਮਾਈਂਡ 'ਚ ਕਲਿੱਕ ਕਰ ਜਾਏਗੀ, ਵਾਕਈ ਆਹ ਗੱਲ ਸਹੀ ਹੈ, ਮੈਨੂੰ ਸਮਝ ਆ ਗਈ। ਪਰ ਅੱਜ ਵਾਲੀ ਸਾਰੀ ਮਿਹਨਤ ਪਿੱਛੇ ਨਾਲ ਉਹਦੇ ਵਰਕ ਕਰਦੀ ਹੋਈ। ਜਿਵੇਂ ਕਹਿੰਦੇ ਆ ਨਾ ਬਈ ਵੱਡੀ ਇੱਟ ਇਹ ਨਹੀਂ ਮਾਣ ਕਰ ਸਕਦੀ ਵੀ ਮੈਂ ਸਭ ਤੋਂ ਉੱਚੀ ਇੱਟਾਂ ਤੇ ਮੇਰੇ ਕਰਕੇ ਘਰ ਖੜਾ ਹੈ, ਛੱਤ ਕਹੇ ਮੇਰੇ ਕਰਕੇ ਘਰ ਖੜਾ ਹੈ। ਜੇ ਨੀਂਹ ਬਣਾਉਣਾ ਹੋਵੇ, ਕੱਲੀ ਕੱਲੀ ਇੱਟ ਨਾਲ ਜੁੜੀ ਨਾ ਹੋਵੇ, ਤੇ ਘਰ ਨਹੀਂ ਬਣ ਸਕਦਾ। ਭਾਵ ਸਾਡਾ ਸਾਰੀ ਸਮਝ ਜੋ ਅਸੀਂ ਸਿੱਖ ਰਹੇ ਹਾਂ, ਪਿੱਛੋਂ ਸਿੱਖਦੇ ਆਏ ਹਾਂ, ਉਹ ਸਾਰਾ ਕੁਝ ਵਰਕ ਕਰਦਾ ਚਲਾ ਜਾਏਗਾ। ਹਾਂ, ਜਿਹੜੀ ਮਨਮਤ ਹੋਏਗੀ, ਭਰਮ ਵਾਲੀ ਵਿਚਾਰ ਹੋਏਗੀ, ਅਗਿਆਨਤਾ ਵਾਲੀ, ਪਖੰਡ ਵਾਲੀ, ਉਹ ਨਿਕਲਦੀ ਚਲੀ ਜਾਏਗੀ। ਸੱਚੀ ਵਿਚਾਰ ਨਾਲ ਸਾਡੇ ਮਨ ਦੀ ਜਿਹੜੀ ਦੀਵਾਰ ਹੈ, ਮਜ਼ਬੂਤੀ ਹੈ, ਉਹ ਬਣਦੀ ਚਲੀ ਜਾਏਗੀ। ਜਿਵੇਂ ਨਦੀ ਜਦੋਂ ਚੱਲਦੀ ਹੁੰਦੀ ਹੈ ਨਾ ਸਾਗਰ ਵੱਲ ਨੂੰ, ਮੈਲਾ ਪਾਣੀ ਜਿੰਨਾ ਮਰਜ਼ੀ ਪਈ ਜਾਏ, ਉਹ ਪਾਣੀ ਪੈਂਦਾ ਪੈਂਦਾ ਫੇਰ ਸਾਫ਼ ਹੋ ਜਾਂਦਾ, ਮੈਲਾ ਖਤਮ ਹੋ ਜਾਂਦਾ, ਸਾਫ਼ ਦਿਸਦਾ ਹੈ। ਹੁਣ ਕਹਿੰਦੇ ਜੇ ਇਹਨੇ, ਜਦੋਂ ਇਹਨੇ ਹੁਕਮ ਬੁੱਝਿਆ, ਹੁਣ ਆਪਾਂ ਤੇ ਗੱਲ ਕਰਤੀ 5 ਮਿੰਟ 'ਚ, 10 ਮਿੰਟ 'ਚ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਲਿਖੀ ਆਪਣੀ ਜ਼ਿੰਦਗੀ ਦੇ 70ਵੇਂ ਸਾਲ ਦੇ ਅਖੀਰਲੇ ਪਲ 'ਚ ਆ ਕੇ, ਜਦੋਂ ਜਪਜੀ ਸਾਹਿਬ ਲਿਖਿਆ। ਜਪਜੀ ਸਾਹਿਬ ਉਹਨਾਂ ਦੇ ਜੀਵਨ ਦਾ ਤਜਰਬਾ ਹੈ, ਸਾਰੀਆਂ ਯਾਤਰਾਵਾਂ ਕਰਨ ਤੋਂ ਬਾਅਦ ਅਖੀਰ 'ਚ ਆ ਕੇ ਮਹਾਰਾਜ ਨੇ ਜਪਜੀ ਸਾਹਿਬ ਲਿਖਿਆ। ਆਪਾਂ ਗੱਲ ਬੇਸ਼ੱਕ 10-15 ਮਿੰਟ 'ਚ ਕਰ ਜਾਾਂਗੇ। ਤਾਂ ਸਾਨੂੰ ਹੁਣ ਉੱਥੇ ਤੱਕ ਪਹੁੰਚਣ ਵਾਸਤੇ ਬਾਕੀ ਸਾਰਾ ਸਮਾਂ ਲੱਗਣਾ, ਹੁਕਮ ਬੁੱਝਣ ਦੇ ਵਿੱਚ। ਜਦੋਂ ਹੁਕਮ ਬੁੱਝ ਰਿਹਾ, ਜੀਵ ਨੂੰ ਇਹ ਪਤਾ ਲੱਗਿਆ ਵੀ ਠੀਕ ਹੈ, ਸਰੀਰ ਮੇਰਾ ਦਿਖਦਾ ਹੈ, ਹੱਥ ਪੈਰ ਮੇਰੇ ਦਿਸਦੇ ਨੇ, ਆਹ ਨੇ, ਦੌੜ ਭੱਜ ਕਰਦਾ ਮੈਂ ਦਿਖਦਾ, ਪਰ ਮੇਰੇ ਅੰਦਰ ਕੋਈ ਸ਼ਕਤੀ ਹੈ, ਮੇਰੇ ਅੰਦਰ ਕੋਈ ਖੇਡ ਵਰਤ ਰਹੀ ਹੈ, ਮੇਰੇ ਅੰਦਰ ਕੋਈ ਬੈਠਾ ਬੋਲ ਰਿਹਾ ਜੋ ਮੈਨੂੰ ਪ੍ਰੇਰਣਾ ਦਿੰਦਾ ਕਰਨ ਦੀ, ਜੋ ਕਈ ਵਾਰੀ ਮੈਨੂੰ ਗਲਤ ਪਾਸੇ ਜਾਣ ਤੋਂ ਰੋਕ ਲੈਂਦਾ ਹੈ, ਚੰਗੇ ਪਾਸੇ ਤੋਰ ਦਿੰਦਾ ਹੈ। ਗਾਈਡ ਮੈਨੂੰ ਅੰਦਰੋਂ ਆਪਾਂ ਨੂੰ ਕਿੰਨੀ ਵਾਰੀ ਗਾਈਡੈਂਸ ਮਿਲਦੀ ਹੈ, ਅੰਦਰੋਂ ਹੀ ਮਿਲਦੀ ਹੈ। ਬਹੁਤ ਵਾਰੀ ਕਹਿੰਦੇ ਆ ਵੀ ਮੈਂ ਬੈਠਾ ਸੀ ਜੀ, ਬੜਾ ਸੋਚ ਰਿਹਾ ਸੀ, ਬੜੇ ਫਸੇ ਹੋਏ ਸਾਂ, ਸਮਝ ਨਹੀਂ ਸੀ ਆ ਰਿਹਾ, ਫਿਰ ਇੱਕਦਮ ਪਤਾ ਨਹੀਂ ਮੇਰੇ ਅੰਦਰ ਖਿਆਲ ਆ ਗਿਆ ਵੀ ਆਹ ਕਰ ਲਾ, ਤੇ ਉਹ ਮੈਂ ਕੀਤਾ ਤੇ ਕੰਮ ਬਣ ਗਿਆ। ਉਹ ਕਿਹਨੇ ਦਿੱਤਾ? ਉਹ ਖਸਮ ਨੇ ਦਿੱਤਾ। ਉਹ ਖਸਮ ਹੈ, ਉਹ ਮਾਲਕ ਹੈ, ਉਹ ਸੱਚ ਹੈ, ਉਸੇ ਨੂੰ ਬੁੱਝਣਾ ਸੀ। ਜਦੋਂ ਸੁਰਤ ਲਗਾਤਾਰ ਮਨ ਦੀ ਉਹਦੇ ਨਾਲ ਜੁੜ ਗਈ, ਉਹਨੂੰ ਕਹਿੰਦੇ ਹੁਕਮ ਬੁੱਝ ਲਿਆ, ਤਾਂ ਹਉਮੈ ਕਹੇ ਨਾ ਕੋਈ, ਹਉਮੈ ਖਤਮ। ਤਾਂ ਹੀ ਕਿਹਾ ਸੀ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਹੁਣ ਏਕ ਦੇ ਦੋ ਅਰਥ ਨੇ, ਉਹ ਹੁਣ ਦੇਖਣਾ ਪਏਗਾ ਉੱਥੇ ਏਕ ਹੈ ਕਿਹੜਾ, ਪਰ ਇਹ ਦੋ ਅਰਥਾਂ 'ਚ ਆ ਜਾਏਗਾ। ਇੱਕ ਤਾਂ ਸਿੰਪਲ ਅਰਥ ਇਹ ਆਪਾਂ ਕਰਾਂਗੇ ਵੀ ਉਹਦਾ ਇੱਕ ਵੀ ਕਾਰਜ ਨਹੀਂ ਬਣਦਾ, ਵੀ ਜਿਹੜਾ ਬੰਦਾ ਹੰਕਾਰ ਕਰਦਾ ਉਹਦਾ ਕੋਈ ਕੰਮ ਨਹੀਂ ਬਣਦਾ। ਪਰ ਹੰਕਾਰੀਆਂ ਦੇ ਕੰਮ ਤਾਂ ਬਹੁਤ ਬਣ ਰਹੇ ਨੇ, ਹੰਕਾਰੀਆਂ ਦੇ ਜ਼ਿਆਦਾ ਬਣ ਰਹੇ ਨੇ। ਸਰਕਾਰਾਂ ਹੰਕਾਰੀ ਹੁੰਦੀਆਂ, ਸਭ ਕੁਝ ਬਣਾਈ ਜਾਂਦੀਆਂ, ਆਪਣਾ ਸਭ ਕੁਝ ਇਕੱਠਾ ਵੀ ਕਰੀ ਜਾਂਦੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਹੁਣ ਗੁਰੂ ਸਾਹਿਬ ਕਹਿੰਦੇ ਜਦੋਂ ਇਹਨੇ ਹੁਕਮ ਬੁੱਝ ਲਿਆ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਦੂਜਾ ਇੱਕ ਤਾਂ ਅਰਥ ਹੋ ਗਿਆ ਵੀ ਇਹਦਾ ਇੱਕ ਵੀ ਕੰਮ ਨਹੀਂ ਬਣਦਾ, ਪਰ ਸੰਸਾਰੀ ਪੱਖ ਤੋਂ, ਦੁਨਿਆਵੀ ਤੇ ਮਾਇਆਵੀ ਪੱਖ ਤੋਂ ਕਾਰਜ ਬਹੁਤ ਬਣੇ ਹੋਏ ਨੇ। ਹੰਕਾਰੀਆਂ ਦੇ ਛੇਤੀ ਹੁੰਦੇ ਨੇ, ਜਿਨ੍ਹਾਂ ਕੋਲ ਮਾਇਆ ਦੀ ਪਾਵਰ ਹੈ ਉਹਨਾਂ ਦੇ ਕੰਮ ਛੇਤੀ ਬਣ ਜਾਂਦੇ ਨੇ। ਜੇ ਹੁਣ ਅਸੀਂ ਇਹਦਾ ਦੂਸਰਾ ਪੱਖ ਵਿਚਾਰੀਏ, ਅਧਿਆਤਮਿਕ ਲੈਵਲ ਵਾਲਾ, ਆਤਮਿਕ ਲੈਵਲ ਦਾ, ਕਹਿੰਦੇ ਜਿਹੜਾ ਇੱਕ ਮੇਨ ਕਾਰਜ ਹੈ ਤੇਰਾ, ਇੱਕ ਜਿਹੜਾ ਟੌਪ ਦਾ ਕਾਰਜ ਅਸੀਂ ਕਰਨਾ ਆ,
ਕਲਾਸ ਕਾਰਜ ਆ ਜਿਹੜਾ ਸਾਡਾ, ਇੱਕੋ ਹੀ ਆ ਉਹ ਸਾਡਾ ਸਾਰਿਆਂ ਦਾ, ਉਹ ਇੱਕੋ ਹੀ ਆ। ਉਹ ਜਿਹੜਾ ਇੱਕ ਕਾਜ ਹੈ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਿੰਨਾ ਚਿਰ ਜੀਵ ਹੰਕਾਰ ਚ ਰਹੇਗਾ ਉਹ ਇੱਕ ਕਾਜ ਤਬ ਲਗ ਏਕ ਕਾਜ ਨਹੀਂ ਸਰੈ। ਅਸਲ ਚ ਅਸੀਂ ਉਹੀ ਕਾਜ ਕਰਨਾ ਆ ਜਿਹਨੂੰ ਸੋਹਿਲਾ ਸਾਹਿਬ ਦੇ ਵਿੱਚ ਕਿਹਾ, ਆਪਾਂ ਰੋਜ਼ ਪੜ੍ਹਦੇ ਹਾਂ, ਮਨ ਗੁਰ ਮਿਲ ਕਾਜ ਸਵਾਰੇ। ਉਹ ਕਾਜ ਸਵਾਰਨਾ ਸੀ ਗੁਰ ਨੂੰ ਮਿਲ ਕੇ, ਉਹ ਕਾਜ ਨਹੀਂ ਸਰੇਗਾ ਜਦੋਂ ਤੱਕ ਇਹ ਮੇਰੀ ਮੇਰੀ ਕਰਦਾ ਰਹੇਗਾ। ਹਾਂ, ਸੰਸਾਰ ਦੇ ਵਿੱਚ ਕਾਰਜ ਬਣਦੇ ਰਹਿਣਗੇ, ਨਿਆਣਿਆਂ ਦੇ ਵਿਆਹ ਵੀ ਹੋਈ ਜਾਣੇ ਨੇ, ਘਰ-ਬਾਰ ਵੀ ਚੱਲੀ ਜਾਣਾ, ਕਾਰੋਬਾਰ ਵੀ ਚੱਲੀ ਜਾਣੇ ਨੇ, ਕੋਠੀਆਂ ਗੱਡੀਆਂ ਮਹਿਲ ਮਾੜੀਆਂ, ਹਨਾ, ਵਡਿਆਈਆਂ ਰੁਤਬੇ ਮਾਣ, ਇਹ ਸਾਰਾ ਕੁਛ ਮਿਲ ਹੀ ਜਾਣਾ। ਇਹ ਤੇ ਆਟੋਮੈਟਿਕਲੀ ਚੱਲੀ ਜਾਂਦਾ ਹੁੰਦਾ। ਇਹ ਤੇ ਪਰਮੇਸ਼ਰ ਨੇ ਖੇਡ ਐਸੀ ਬਣਾਈ ਹੈ ਵੀ ਇਹਨੂੰ ਸਰਕਲ ਦਿੱਤਾ ਹੋਇਆ, ਉਹਨੇ ਗੱਡੀ ਕਮਾਈ ਹੋਈ, ਇਹਨੇ ਘੁੰਮੀ ਜਾਣਾ। ਇੱਥੇ ਮਿਹਨਤ ਕਰਨੀ ਪੈਣੀ ਆ ਪੂਰੀ, ਹਾਲਾਂਕਿ ਉੱਥੇ ਵੀ ਮਿਹਨਤ ਉਹੀ ਕਰਵਾ ਰਿਹਾ, ਵਿੱਧ ਉਹੀ ਬਣਾ ਰਿਹਾ। ਇੱਥੇ ਯਤਨਸ਼ੀਲ ਇਹਨੂੰ ਜ਼ਿਆਦਾ ਹੋਣਾ ਪਏਗਾ, ਅੰਦਰ ਨੂੰ ਯਤਨਸ਼ੀਲ ਹੋਣਾ ਪਏਗਾ। ਤਾਂ ਕਿਹਾ ਜਿੰਨਾ ਚਿਰ ਮੇਰੀ ਮੇਰੀ ਚ ਫਸਿਆ, ਇਹਦਾ ਜਿਹੜਾ ਇੱਕ ਕਾਜ ਹੈ ਨਾ, ਇੱਕ ਹੁੰਦਾ ਇੱਕ ਵਸਤ ਦੀ ਇੱਕ ਵਸਤ, ਜਿਹੜੀ ਇੱਕ ਵਸਤ ਅਸੀਂ ਲੈਣ ਆਏ ਆ ਸੱਚ ਦੀ, ਜਿਹੜਾ ਇੱਕ ਕਾਜ ਸਵਰਨਾ ਹੈ ਉਹ ਨਹੀਂ ਸਵਰਦਾ। तो महाराज कहते दूजी गल कही, जब मेरी मेरी मिट जाए तब प्रभ काज सवारे आए। जदों ही कहते मेरी मेरी मिट गई ना, हर प्रभ ने इहदा काज आप सवारिया, उदों काज सवरिया। फिर जदों मेरी मेरी मिटी आ, हुण यही देखना भी मेरी मेरी मिटी आ, हौं मिटी, हौमे दे बंधन तो असीं बचे, हौमे दो बंधन, हौमे दे बंधन तो छुटकारा हो गया। हुक्म बुझण दी गल अज साडे सिख जगत दे विच प्रचार दे विच बहुत घट हो रही है, बहुत घट हो रही है, गुरमत दे एंगल तो बहुत घट हो रही है। जे आपां हुक्म ते ही कल्ले हुक्म दे उपर फोकस कर लई जावे, ਉਹਦੇ ਵਿੱਚ ਹੁਣ ਦੂਜਾ ਲਾਭ ਕੀ ਹੋਏਗਾ ਸਾਨੂੰ? ਆਪਾਂ ਜਿਹੜੀ ਗੱਲ ਹੋਰ ਕੀਤੀ ਸੀ ਕਿ ਹੁਕਮ ਹੋਣਾ, ਇੱਕ ਤਾਂ ਜੀਵ ਫਿਰ ਕੀ ਕਰਦਾ, ਜਿੰਨਾ ਚਿਰ ਆਪਣੇ ਮਾਲਕ ਦਾ ਖਸਮ ਦਾ ਹੁਕਮ ਨਹੀਂ ਬੁੱਝਦਾ ਉਹਨਾਂ ਚਿਰ ਆਪਣਾ ਹੁਕਮ ਚਲਾਉਂਦਾ, ਆਪਣੀ ਮਰਜ਼ੀ, ਆਪਣੀ ਮਤ ਵਰਤਣੀ। ਠੀਕ ਹੈ ਜੀ। ਤੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਤੂੰ ਸੱਚ ਦਾ ਹੁਕਮ ਬੁੱਝਣਾ, ਪਰਮੇਸ਼ਰ ਦਾ ਆਪਣੀ ਮਰਜ਼ੀ ਤਿਆਗਣੀ ਆ, ਉਹਦੀ ਹੁਕਮ ਉਹਦੀ ਮਰਜ਼ੀ ਚ ਚੱਲਣਾ, ਉਹਦੀ ਰਜ਼ਾ ਚ ਚੱਲਣਾ। तो उत्थे महाराज ने शब्द वरतिया, सो सिख सखा बंधप है भाई, जे गुर के भाणे विच आवे। असीं गुर के भाणे च आउणा, बस आह काम असीं करना है। हुण गुर का भाणा की कराऊगा? गुर का भाणा तुहानूं कदे माड़े पासे नहीं जाण दऊगा। गुर का भाणा तुहाडे मन च हंकार पैदा होण वेले तुहानूं अलर्ट करूगा। गुर का भाणा सानू सचेत करता रहूगा, अवेयर करता रहूगा, चंगी मत चंगा ज्ञान दिता, वो आउंदा हमेशा। बेनती करदे हो हमेशा ही अंदरों ओह कह दईए झरना चली जाता है, पर ये पिठ करी बैठा है, इहने दीवार खड़ी कीती है, उस झरने नाल जुड़ नहीं पा रहा। जदों अपनी मत त्याग के कमाई, अपने अंदर वाल वेख्या ते पता लग्या घर तां तेरा सब कुछ है, सारा कुछ अंदर ही है, सब कुछ घर में बाहर नाही, बाहर टोले सो भरम भुलाही, गुर प्रसादी जिनी अंतर पाया, सो अंतर बाहर सुहेला जियो। महाराज कहते बस उस तो बाद इहदे जीवन दा मनोरथ है ना, जिहड़ा मेन काज वो सवरना शुरू हो जाएगा। उदों फिर असीं हुक्म की मन भाव दे राह भीड़े अगे जावना। जिहड़ी गल वीर जी परमजीत सिंह जी ने कल कीती सी, आपां उहनूं थोड़ा जिहा होर खोलदे आ। मैं फिर बेनती कर रिहा कि ਇਹਦੇ ਵਿੱਚ ਨਾ ਬੜਾ ਕੁਝ ਆਣਾ, ਹਲੇ ਹੁਕਮ ਦੇ ਵਿੱਚ ਬੜਾ ਕੁਝ ਆਪਾਂ ਨੂੰ ਅੱਗੇ ਅੱਗੇ ਇਹਦੇ ਐਕਸਪਲੇਨ ਹੁੰਦਾ ਜਾਣਾ, ਹਨਾ। ਜਦੋਂ ਬੁਰਾਈ ਹੁੰਦੀ ਹੈ, ਕਿਸੇ ਮਨ ਦੇ ਬੰਦੇ ਦੇ ਮਨ ਚ ਆ ਗਿਆ ਪਾਪ, ਬੁਰਾ ਖਿਆਲ, ਬੁਰੀ ਸੋਚ, ਹੁਣ ਉਹ ਸੋਚ ਬਣੀ ਹੈ ਇਹਦੇ ਆਪਣੇ ਮਨ ਦੇ ਵਿੱਚੋਂ। ਜਿਹੜਾ काला सी ना अंदरों काला, वो काल असल चो काल खाई है उपर के। कालख दा अर्थ है बुराई, बुरी सोच, भैड़ा विचार, बेकारी सोच, बेकारी विचार। वो इहदा हुक्म की है मन भावदा है, वो परमेश्वर दा नहीं हुंदा। वो हुक्म है
ਹੁਣ ਹੁਕਮ ਦੋਨੇ ਪਾਸੇ ਚੱਲਣਾ, ਜਾਂ ਇਹਦਾ ਚੱਲੇਗਾ ਜਾਂ ਉਹਦਾ। ਅਸੀਂ ਘਰ 'ਚ ਕਹਿੰਦੇ ਆ ਨਾ ਵੀ ਦੇਖੋ ਭਾਈ, ਜਾਂ ਤਾਂ ਬਾਪੂ ਕਹਿੰਦਾ ਵੀ ਜਾਂ ਤਾਂ ਭਾਈ ਮੇਰੀ ਮੰਨ ਲੈ, ਜਾਂ ਤੂੰ ਆਪਣੀ ਮਨ ਬਣਾ ਲੈ, ਆਪਣੀ ਚਲਾ ਲੈ। ਪਤੀ ਪਤਨੀ 'ਚ ਵੀ ਇਹੀ ਹੁੰਦੀ ਹੈ, ਲੜਾਈ ਕਈ ਵਾਰੀ ਹੋ ਜਾਂਦੀ ਹੈ, ਪਤੀ ਕਹਿੰਦੇ ਮੇਰੀ ਗੱਲ ਨਹੀਂ ਮੰਨਦੀ, ਮੇਰੇ ਬਰਾਬਰ ਚੱਲਦੀ ਹੈ, ਫਿਰ ਇਹਨੂੰ ਕਹੋ ਵੀ ਜਾਂ ਆਪਣੀ ਮੰਨ ਲੈ ਜਾਂ ਮੇਰੀ ਮੰਨ ਲੈ। ਜਦੋਂ ਦੋਨਾਂ ਦੀ ਚੱਲਦੀ ਹੈ, ਟਕਰਾਅ ਪੈਦਾ ਹੁੰਦਾ। ਇੱਕ ਦੇਸ਼ 'ਚ ਇਸੇ ਕਰਕੇ ਦੋ ਰਾਜੇ ਨਹੀਂ ਹੁੰਦੇ। ਸਲਾਹ ਮਸ਼ਵਰਾ ਹੁੰਦਾ ਹੈ, ਧਿਆਨ ਵਿੱਚ ਰੱਖਿਓ। ਸਲਾਹ ਕੀਤੀ ਜਾਂਦੀ ਹੈ, ਸਲਾਹਕਾਰ ਹੁੰਦੇ ਨੇ, ਮੁੱਖ ਮੰਤਰੀ ਇੱਕ ਹੁੰਦਾ, ਫੈਸਲਾ ਉਹਨੇ ਲਾਗੂ ਕਰਨਾ ਹੈ। ਆਪਾਂ ਕਹਿੰਦੇ ਵੀ ਸਲਾਹ ਦੇਤੀ ਜੀ, ਮੀਟਿੰਗ ਹੋ ਗਈ, ਹੁਣ ਜੋ ਸਾਡੇ ਸੀਐਮ ਸਾਹਿਬ, ਪੀਐਮ ਸਾਹਿਬ, ਪ੍ਰਧਾਨ ਸਾਹਿਬ ਜਾਂ ਸਾਡੇ ਰਾਜਾ ਸਾਹਿਬ ਜੋ ਫੈਸਲਾ ਦੇਣਗੇ ਸਾਨੂੰ ਮਨਜ਼ੂਰ। ਉੱਥੇ ਦੀ ਸਲਾਹ। ਤੇ ਇੱਕ ਹੁੰਦਾ ਵੀ ਮੈਂ ਸਲਾਹ ਕਰਨੀ ਨਹੀਂ ਤੇ ਤੇਰੀ ਸੁਣਨੀ ਮੰਨਣੀ ਵੀ ਨਹੀਂ। ਉਹ ਹੁਕਮ ਮਨ ਪਾਉਂਦਾ, ਉਹਦੇ ਵਿੱਚ ਫਿਰ ਠੋਕਰ ਹੁੰਦੀ ਹੈ। ਕਰਤਾ ਜਾਂਦਾ ਹੈ ਮਨ ਪਾਉਂਦਾ ਹੁਕਮ, ਮਾੜੇ ਪਾਸੇ ਤੁਰਦਾ ਪੈਂਦਾ ਹੈ, ਉਹਦਾ ਨਤੀਜਾ ਬੜਾ ਭਿਆਨਕ ਹੁੰਦਾ ਹੈ। ਉਹ ਨਤੀਜਾ, ਰਿਜ਼ਲਟ, ਲੇਖਾ ਉਹ ਦੇ ਨਹੀਂ ਹੁੰਦਾ ਫਿਰ। ਕਰਮ ਹੁਕਮ ਦੀ ਖੇਡ ਇਸੇ ਕਰਕੇ ਗੁਰੂ ਸਾਹਿਬ ਨੇ ਆਰੰਭ 'ਚ ਰੱਖੀ ਵੀ ਸਾਨੂੰ ਘੱਟੋ ਘੱਟ ਹੁਕਮ ਤੇ ਸਮਝ ਆਏ ਨਾ ਵੀ ਹੁਕਮ ਤਾਂ ਚੱਲ ਰਿਹਾ, ਮੇਰਾ ਵੀ ਚੱਲਦਾ ਪਰ ਮੈਨੂੰ ਪਤਾ ਹੀ ਨਹੀਂ ਵੀ ਮੇਰਾ ਕਿਹੜਾ ਉਹਦਾ ਕਿਹੜਾ। ਹੁਣ ਲੜਾਈ ਬਸ ਇਸੇ ਚੀਜ਼ ਦਾ, ਕਸ਼ਮਕਸ਼ ਇੱਥੇ ਹੀ ਹੈ, ਦੁਬਿਧਾ ਇੱਥੇ ਫਸੀ ਹੋਈ ਹੈ। ਹੁਣ ਉਹਦਾ ਕਿਵੇਂ ਪਤਾ ਲੱਗੇ? ਉਹਦਾ ਪਤਾ ਲੱਗੂਗਾ ਗੁਰਬਾਣੀ ਦੇ ਵਿੱਚੋਂ। ਆਦਿ ਗ੍ਰੰਥ ਦੀ ਗੁਰਬਾਣੀ ਸਾਨੂੰ ਦੱਸੇਗੀ ਮਾਲਕ ਦਾ, ਸੱਚ ਦਾ, ਪਰਮੇਸ਼ਰ ਦਾ ਹੁਕਮ ਕੀ ਹੈ। ਉਹ ਹੁਣ ਸਾਨੂੰ ਸਾਰੀ ਪੜ੍ਹਨੀ ਪੈਣੀ ਹੈ, ਵਿਚਾਰਨੀ ਪੈਣੀ ਹੈ। ਹੁਣ ਇੱਕ ਦਿਨ 'ਚ ਇੱਕ ਬੰਦਾ ਤੇ ਨਹੀਂ ਦੱਸ ਸਕਦਾ ਇਹਨੂੰ, ਠੀਕ ਹੈ ਨਾ। ਜਦੋਂ ਅਸੀਂ ਹੁਣ ਗੁਰਬਾਣੀ ਦੀ ਵਿਚਾਰ ਕਰਾਂਗੇ, ਇਹਨੂੰ ਸਮਝਦੇ ਜਾਵਾਂਗੇ, ਸਾਨੂੰ ਹੌਲੀ ਹੌਲੀ ਹੁਕਮ ਦੀ ਸਮਝ ਬਾਹਰ ਵਰਤ ਰਿਹਾ ਤੇ ਜਿਹੜਾ ਸਾਡੇ ਅੰਦਰ ਵਰਤ ਰਿਹਾ ਸਮਝ ਆਉਣੀ ਸ਼ੁਰੂ ਹੋ ਜਾਏਗੀ। ਤੇ ਜਿੱਥੇ ਮੈਂ ਆਪਣਾ ਹੁਕਮ ਚਲਾਉਣਾ ਉਹ ਵੀ ਮੈਨੂੰ ਸਮਝ ਆ ਜਾਏਗੀ। ਦੂਜੀ ਗੱਲ, ਇਹਦੇ 'ਚ ਮੇਰੀ ਇਮਾਨਦਾਰੀ ਨਾਲ ਚਾਹੀਦੀ ਹੈ, ਸਮਝਣ ਵਾਲੀ ਭਾਵਨਾ ਵੀ ਹਾਂ ਮੈਂ ਇਸ ਚੀਜ਼ ਨੂੰ ਸਮਝਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ। ਇਹ ਜਦੋਂ ਭਾਵ ਇਕੱਠਾ ਹੁੰਦਾ ਹੈ ਤੁਹਾਡੀ, ਫਿਰ ਉਹ ਤੋਂ ਬਾਅਦ ਤੁਹਾਡਾ ਬਲ ਬੁੱਧ ਹੈ ਨਾ ਜਿਹੜਾ ਪਰਮੇਸ਼ਰ ਤੋਂ, ਸੱਚ ਤੋਂ ਸਾਨੂੰ ਮਿਲਣਾ ਹੈ, ਉਹਦੇ ਪਿੱਛੇ ਤੁਹਾਡਾ ਆਪਣੀ ਜਿਹੜੀ ਮੱਤ ਹੈ ਸਾਡੀ, ਉਹ ਜਦੋਂ ਡਿਮਾਂਡ ਕਰਦੀ ਹੈ ਨਾ ਇਸ ਸੱਚ ਦੀ, ਉਹ ਤੋਂ ਬਾਅਦ ਫਿਰ ਇਹਨੂੰ ਸਮਝ ਪੈਂਦੀ ਹੈ, ਉਹ ਗਿਆਨ ਹੁੰਦਾ ਹੈ, ਫਿਰ ਇਹ ਹੁਕਮ ਨੂੰ ਬੁੱਝਣ ਵਾਲੇ ਪਾਸੇ ਹੁੰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਕਹਿੰਦੇ ਦੁਖੀ ਕਿਉਂ ਲਓ? ਆ ਕਾਰਨ ਦੱਸਿਆ। ਹੁਣ ਕਾਰਨ ਦੱਸਿਆ ਵੀ ਜੀਵ ਦੁਖੀ ਕਿਉਂ ਆ, ਸਭ ਕੁਝ ਹੋਣ ਦੇ ਬਾਵਜੂਦ ਵੀ ਦੁਖੀ ਕਿਉਂ ਆ। ਅਮਰੀਕਾ ਕੈਨੇਡਾ 'ਚ ਸੈੱਟ ਹੈ, ਬੰਦਾ ਦੁਖੀ ਕਿਉਂ ਆ? ਘਰ ਦੇ ਵਿੱਚ ਸਾਰੇ ਸੁੱਖਾਂ ਦੇ ਸਾਧਨ ਵਸਤੂਆਂ ਪ੍ਰਾਪਤ ਨੇ, ਦੁਖੀ ਕਿਉਂ ਆ? ਕਹਿੰਦੇ ਦੁਖੀ ਇਸ ਕਰਕੇ ਹੁਕਮ ਨਹੀਂ ਬੁੱਝ ਰਿਹਾ। ਲਓ ਕੋਈ ਕਾਰਨ ਦੇਖੋ ਕਿੱਥੇ ਲਿਆਤਾ। ਗੱਲ ਕਿੱਡੀ ਵੱਡੀ ਕਹਿਤੀ ਤੇ ਕਿੰਨੇ ਛੋਟੇ ਲਫ਼ਜ਼ਾਂ 'ਚ ਕਹਿਤੀ, ਬਸ ਹੁਕਮ ਨਹੀਂ ਬੁੱਝਿਆ। ਕਹਿੰਦੇ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਲਓ ਦੋ ਲਾਈਨਾਂ 'ਚ, ਭਾਵੇਂ ਹੁਣ ਇੱਥੇ ਕੋਈ PhD ਵਾਲਾ ਸਮਝ ਲੈ, ਭਾਵੇਂ ਅਨਪੜ੍ਹ ਆ ਜਾਏ, ਫਾਰਮੂਲਾ ਦੋਵਾਂ ਤੇ ਇੱਕੋ ਹੀ ਲਾਗੂ ਹੁੰਦਾ ਗੁਰਮਤਿ ਦਾ। ਹੁਕਮ ਦੋਨਾਂ ਨੇ ਪਛਾਣਨਾ। ਅਨਪੜ੍ਹ ਬੰਦਾ ਜਿਹਨੂੰ ਗੁਰਬਾਣੀ ਦਾ ਇੱਕ ਅੱਖਰ ਵੀ ਨਹੀਂ ਆਉਂਦਾ, ਜੇ ਉਹ ਵੀ ਹੁਕਮ ਪਛਾਣ ਲੈ ਨਾ, ਹੁਕਮ ਨਾਲ ਜੁੜ ਜਾਏ, ਹੁਕਮ ਨੂੰ ਮੰਨ ਲੈ, ਸਮਝ ਲੈ, ਚੱਲ ਪਏ, ਉਹ ਵੀ ਸੁਖੀ ਹੈ। PhD ਕਰਨ ਵਾਲਾ ਵੀ ਹੁਕਮ ਪਛਾਣ ਕੇ ਮੰਨ ਕੇ ਤੁਰ ਪਏ, ਉਹ ਵੀ ਸੁਖੀ ਹੈ। ਜੇ ਹੁਕਮ ਨਹੀਂ ਪਛਾਣਦੇ, ਦੋਨੇ ਦੁਖੀ ਨੇ। ਉਹਦੀ PhD ਖਤਮ, ਉਹਦੀ ਅਨਪੜ੍ਹਤਾ ਵੀ ਖਤਮ ਹੈ। ਤੋਂ ਇਸ ਐਂਗਲ ਤੋਂ ਨਾ ਜਦੋਂ ਆਪਾਂ ਹੁਣ ਗੱਲ ਸਾਰੀ ਅੱਗੇ ਅੱਗੇ ਚੱਲਦੀ ਚਲੀ ਜਾਏਗੀ, ਤਾਂ ਬਾਕੀ ਪੰਕਤੀਆਂ ਤੇ ਫਿਰ ਸੌਖੀਆਂ ਬਹੁਤ ਨੇ ਸਮਝਣੀਆਂ। ਅੱਧੀ ਕੁ ਗੁਰਬਾਣੀ ਤਾਂ ਇਕੱਲੇ ਹੁਕਮ ਨਾਲ ਹੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਬਾਕੀ ਤਾਂ ਫਿਰ ਬਹੁਤ ਥਾਂ ਤੇ ਪਖੰਡਾਂ ਦੀ ਗੱਲ। ਹੁਣ ਪਖੰਡ ਵੀ ਸੱਚ ਜਿਹੜਾ, ਜਾਂ ਜਿਹੜਾ ਸੱਚਾ ਜੀਵ ਹੈ, ਉਹ ਪਖੰਡ ਨਹੀਂ ਫੈਲਾਉਂਦਾ। ਪਖੰਡ ਜਿੱਥੇ ਆ ਗਿਆ ਸਮਝੋ ਉੱਥੇ ਝੂਠ ਹੈ। ਜਿੱਥੇ ਤੁਹਾਨੂੰ ਦੇਖੋ, ਜਦੋਂ ਸਾਡੇ ਅੰਦਰ ਚਾਨਣ ਹੋ ਗਿਆ, ਚਾਨਣਵੀਂ ਸਾਨੂੰ ਸਮਝ ਆਉਣ ਲੱਗ ਗਈ, ਗੁਰਬਾਣੀ ਗੁਰਮਤਿ ਦਾ ਪ੍ਰਕਾਸ਼ ਹੋਇਆ, ਸਾਨੂੰ ਪਖੰਡਾਂ ਦਾ ਪਤਾ ਲੱਗਣ ਲੱਗ ਜਾਣਾ ਵੀ ਆ ਤੇ ਪਖੰਡ ਹੋ ਗਿਆ, ਆ ਤੇ ਝੂਠ ਹੋ ਰਿਹਾ। ਇਟ ਮੀਨਸ ਕਿਉਂ ਹੋ ਰਿਹਾ? ਕਿਉਂਕਿ ਉਹਦੇ ਅੰਦਰ ਝੂਠ ਹੈ ਜਿਹਨੇ ਕੀਤਾ। ਪਰ ਉਹ ਸੱਚਾ ਤਾਂ ਹੈ ਨਹੀਂ, ਧਰਮੀ ਤਾਂ ਹੈ ਨਹੀਂ। ਹੁਣ ਉੱਥੇ ਫਿਰ ਅਸੀਂ ਇਮਾਨਦਾਰੀ ਨਾਲ ਫੈਸਲਾ ਕਰ ਪਾਵਾਂ ਵੀ ਅਸੀਂ ਅੱਜ ਤੋਂ ਬਾਅਦ ਇਸ ਬੰਦੇ ਨੂੰ ਛੱਡ ਦਾਂਗੇ ਜੀ, ਇਹਦੇ ਮਗਰ ਨਹੀਂ ਲੱਗਣਾ, ਇਹਦੀ ਗੱਲ ਨਹੀਂ ਮੰਨਣੀ। ਉੱਥੇ ਫਿਰ ਕਈ ਵਾਰੀ ਵਿੱਚ ਆਸਥਾ, ਸ਼ਰਧਾ ਆ ਕੇ ਖੜੀ ਹੋਊਗੀ, ਨਹੀਂ ਨਹੀਂ ਸ਼ਰਧਾ ਜੀ ਸਾਡੀ ਤਾਂ ਨਹੀਂ ਛੱਡ ਸਕਦੇ।
ਫਿਰ ਇਸ ਦਾ ਮਤਲਬ ਸਾਡੇ 'ਚ ਹਲੇ ਕੋਈ ਪ੍ਰੋਬਲਮ ਹੈ, ਸਮੱਸਿਆ ਹੈ। ਕਿਉਂਕਿ ਜਦੋਂ ਝੂਠ ਦਾ ਪਤਾ ਲੱਗਣ ਲੱਗ ਪਿਆ, ਝੂਠ ਛੱਡਣਾ ਵੀ ਪੈਣਾ, ਉਹਨੂੰ ਨਾਲ ਨਹੀਂ ਰੱਖ ਸਕਦੇ ਝੂਠ ਨੂੰ। ਮੈਨੂੰ ਪਤਾ ਲੱਗ ਗਿਆ ਵੀ ਮੈਂ ਨਾ ਚੱਲਿਆ ਸੀ ਸਫ਼ਰ ਤੇ ਮੇਰੇ ਕੋਲ ਨਾ 5 ਬੈਗ ਨੇ, ਤੇ ਅੱਜ ਮੈਨੂੰ ਇੱਕ ਬੈਗ ਅੱਜ ਮੈਂ ਖੋਲ ਕੇ ਵੇਖ ਲਿਆ। ਮੈਂ ਕਿਹਾ ਦੇਖਾਂ ਤਾਂ ਸਹੀ ਇਹਦੇ 'ਚ ਕੀ ਹੈ, ਜਾਂ ਮੈਨੂੰ ਭੁੱਖ ਲੱਗੀ, ਮੈਂ ਕਿਹਾ ਚਲੋ ਅੱਜ ਖੋਲ ਕੇ ਵੇਖਦੇ ਹਾਂ। ਕਿਸੇ ਸਿਆਣੇ ਨੇ ਮੈਨੂੰ ਕਿਹਾ, ਉਹ ਭਲਿਆ ਇੰਨਾ ਭਾਰ ਚੱਕਿਆ ਕਿੱਥੇ ਜਾਣਾ? ਮੈਂ ਕਿਹਾ ਜੀ ਮੈਂ ਬੜੀ ਦੂਰ ਯਾਤਰਾ ਤੇ ਚੱਲਿਆ। ਉਹ ਕਹਿੰਦਾ ਭਾਈ ਬੈਗ ਬੈਠਾ ਭਾਰ ਕਿਉਂ ਚੱਕਿਆ, ਤੇਰਾ ਹੌਲਾ ਕਰ ਦਿੰਦੇ ਆ, ਜਾਂ ਦੇ ਆਪਾਂ ਇਹਦੇ ਕੁਛ ਲੱਭ ਲੈਂਦੇ ਆ। ਜਦੋਂ ਮੈਂ ਬੈਗ ਖੋਲਿਆ ਤੇ ਮਾਈ ਗੋਡ, ਓਹੋ ਇਸ ਤਾਂ ਰੋੜੇ ਨੇ, ਆ ਤਾਂ ਰੋੜੇ ਆ, ਬਜਰੀ ਕੂੜ ਕਵਾੜ ਭਰਿਆ ਹੋਇਆ। ਹੁਣ ਮੈਂ ਉਹਨੂੰ ਚੱਕਾਂ ਜਾਂ ਛੱਡ ਦਿਆਂ। ਉਸ ਬੰਦੇ ਦਾ ਧੰਨਵਾਦ ਜਿਹਨੇ ਮੇਰਾ ਇਹ ਮੈਨੂੰ ਸੋਝੀ ਪਾਤੀ ਵੀ ਇਹਨੂੰ ਖੋਲ ਕੇ ਵੇਖ ਲੈ। ਹੁਣ ਜੇ ਤਾਂ ਮੈਂ ਉਹ ਤੋਂ ਬਾਅਦ ਵੀ ਨਹੀਂ ਜੀ ਬੈਗ ਤੇ ਜੀ ਮੇਰਾ ਬੜਾ ਪਿਆਰਾ ਜੀ, ਮੈਂ ਤੇ ਬੜੇ ਸ਼ਰਧਾ ਭਾਵ ਨਾਲ ਖਰੀਦਿਆ, ਹਨਾ ਵੀ ਇਹ ਤੇ ਬੜਾ ਚੰਗਾ, ਇਹ ਤੇ ਮੈਨੂੰ ਕਿਸੇ ਨੇ ਗਿਫਟ ਕੀਤਾ ਸੀ, ਤੇ ਹੁਣ ਕੂੜ ਕਵਾੜ ਭਰਿਆ ਪਰ ਮੈਨੂੰ ਚੱਕਣਾ ਤੇ ਪੈਣਾ ਹੀ ਆ। ਤਾਂ ਫਿਰ ਮੈਂ ਹਲੇ ਮੈਟਰ ਨਾਲ, ਮਾਇਆ ਨਾਲ, ਝੂਠ ਨਾਲ ਜੁੜਿਆ ਹੋਇਆ, ਝੂਠ ਨੂੰ ਸਮਝ ਕੇ ਵੀ ਨਹੀਂ ਛੱਡ ਪਾਇਆ। ਚਾਹੀਦਾ ਇਹ ਹੈ ਇਮਾਨਦਾਰੀ ਨਾਲ ਵੀ, ਨਹੀਂ ਯਾਰ ਇਹ ਭਾਰ ਹੈ, ਮੈਨੂੰ ਰਸਤੇ 'ਚ ਤਕਲੀਫ ਕਰੂ, ਇਹ ਤਾਂ ਝੂਠ ਹੈ, ਇਹ ਤਾਂ ਪਖੰਡ ਹੈ, ਤਾਂ ਮਿੱਟੀ ਹੈ, ਤਾਂ ਮੇਰੇ ਕੰਮ ਹੀ ਨਹੀਂ ਆਣੀ, ਛੱਡ ਦਿਓ, ਮੇਰਾ ਸਫ਼ਰ ਸੌਖਾ ਹੋ ਜਾਏਗਾ, ਮੈਂ ਹੋਰ ਛੇਤੀ ਪਹੁੰਚਾਂਗਾ ਨੇੜੇ। ਤੇ ਚਲਦੇ ਚਲਦੇ ਜਦੋਂ ਮੈਨੂੰ ਹਰ 10, 15, 20, 50 ਕਿਲੋਮੀਟਰ ਬਾਅਦ ਪਤਾ ਲੱਗਿਆ ਵੀ ਉਹ ਮੈਂ ਤਾਂ ਸਾਰੀਆਂ ਝੂਠ ਦੀਆਂ ਪੰਡਾਂ ਚੱਕੀਆਂ ਹੋਈਆਂ ਸੀ, ਮੈਂ ਤਾਂ ਦੁੱਖ ਦੀਆਂ ਪੰਡਾਂ ਚੱਕੀ ਫਿਰਦਾ ਸੀ। ਕਿਉਂਕਿ ਸਮਝ ਆਉਂਦੀ ਗਈ ਨਾ ਤੁਰਦੇ ਤੁਰਦੇ, ਤੇ ਫਿਰ ਮੈਂ ਸਾਰੀਆਂ ਪੰਡਾਂ ਮੈਨੂੰ ਲਾਹ ਦੇਣੀਆਂ ਚਾਹੀਦੀਆਂ ਹਨ। ਜਿਹੜੀ ਪੰਡ, ਜਿਹੜਾ ਜਾਂ ਜਿਹੜੀ ਗੱਲ, ਜਿਹੜੀ ਮੱਤ, ਜਿਹੜਾ ਪਦਾਰਥ ਵਸਤੂ ਮੇਰੇ ਸੱਚ ਤੱਕ ਪਹੁੰਚਣ ਵਾਸਤੇ ਸਚਿਆਰ ਬਣਾਉਣ ਵਿੱਚ ਸਹਾਈ ਨਹੀਂ ਹੋ ਰਿਹਾ, ਰੁਕਾਵਟ ਬਣ ਰਿਹਾ ਸੀ, ਉਹ ਮੈਨੂੰ ਛੱਡ ਦੇਣ ਵਿੱਚ ਹੀ ਮੇਰੀ ਭਲਾਈ ਹੈ। ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ, ਬਾਬਾ ਫਰੀਦ ਜੀ ਕਹਿੰਦੇ ਪੰਡਾਂ ਤਾਂ ਦੁੱਖ ਦੀਆਂ ਚੱਕੀਆਂ, ਭਾਲ ਦੇ ਸੁੱਖੋ। ਤਾਂ ਜਦੋਂ ਹੁਕਮ ਦੀ ਸਮਝ ਆਉਣੀ ਹੈ, ਝੂਠ ਵੀ ਬੜਾ ਖੁੱਲਣਾ, ਪ੍ਰਪੰਚ ਖੁੱਲਣਗੇ ਲੋਕਾਂ ਦੇ। ਹੋਰ ਜੋ ਚੱਲ ਰਿਹਾ, ਹੁਣ ਮੈਂ ਬਾਰ-ਬਾਰ ਸ਼ਬਦ ਨਹੀਂ ਵਰਤਦਾ ਕਿਉਂਕਿ ਫਿਰ ਮੈਨੂੰ ਲੱਗਦਾ ਇੱਥੇ ਕਿਸੇ ਦੀ ਫੀਲਿੰਗਸ ਹਰਟ ਨਾ ਹੋ ਜਾਣ। ਇੱਕੋ ਵਾਰ ਕਹਿ ਦਿੰਦਾ, ਇੱਕੋ ਸ਼ਬਦ ਇੱਕੋ ਵਾਰੀ ਵਰਤਾਂਗਾ, ਡੇਰਾਵਾਦ। ਬਸ ਡੇਰੇਵਾਦ ਨਾਲ ਸਾਡੀਆਂ ਆਸਥਾਵਾਂ ਜੁੜੀਆਂ ਹੁੰਦੀਆਂ। ਤੇ ਮੈਂ ਫਿਰ ਬੇਨਤੀ ਕਰਦੇ, ਗੁਰਬਾਣੀ ਨੇ ਤੇ ਤੁਹਾਡੀ ਸ਼ਰਧਾ ਭਾਵਨਾ ਆਸਥਾ ਤੋੜਨੀ ਹੈ, ਝੂਠੀ, ਸੱਚੀ ਨਹੀਂ। ਜਿਹੜੀ ਝੂਠ ਨਾਲ ਜੁੜੀ ਹੈ ਤੇ ਜਿਹੜੀ ਝੂਠ ਤੱਕ ਲੈ ਕੇ ਜਾ ਰਹੀ ਹੈ, ਗੁਰਬਾਣੀ ਉਹਨੂੰ ਤੁੜਾਏਗੀ। ਉਹ ਸੰਗਲ ਅਸੀਂ ਵੱਟਾਂਗੇ, ਕੱਟਾਂਗੇ ਤਾਂ ਅੱਗੇ ਤੁਰਾਂਗੇ, ਨਹੀਂ ਅਸੀਂ ਤੁਰ ਵੀ ਨਹੀਂ ਸਕਦੇ। ਠੀਕ ਹੈ ਨਾ, ਉਹ ਸੰਗਲ ਗੁਰਬਾਣੀ ਤੋੜਦੀ ਹੈ। ਉਹ ਕਹਿੰਦੇ ਗੁਰਮਿਲ ਹੁਕਮ ਪਛਾਣਿਆ। ਜਦੋਂ ਮੈਂ ਹੁਕਮ ਪਛਾਣ ਗਿਆ ਨਾ, ਮੈਨੂੰ ਪਤਾ ਲੱਗਿਆ, ਉਹ ਮਾਈ ਗੋਡ, ਮੈਂ ਤੇ ਹਟਾਂ, ਮੈਂ ਤੇ ਐਵੇਂ ਆਪਣੀ ਮੱਤ 'ਚ ਫਸਿਆ ਪਿਆ ਸਾਂ, ਮੈਂ ਕਰਮ ਕਾਂਡ ਕਰੀ ਜਾਂਦਾ ਸਾਂ, ਮੈਂ ਝੂਠ ਨੂੰ ਸੱਚ ਮੰਨ ਕੇ ਪੂਜੀ ਜਾ ਰਿਹਾ ਸਾਂ, ਮੈਂ ਪੱਥਰ ਸੱਚ ਮੰਨ ਕੇ ਪੂਜੀ ਜਾ ਰਿਹਾ ਸਾਂ, ਮੈਂ ਚੰਗੇ ਮਾੜੇ ਦਿਨਾਂ ਦੀ ਵਿਚਾਰ 'ਚ ਫਸਿਆ ਸੀ, ਹਨਾ, ਝੂਠ, ਨਿੰਦਾ, ਚੁਗਲੀ, ਚਕਾਰੀ, ਬੇਈਮਾਨੀ 'ਚ ਫਸਿਆ ਸੀ। ਤੇ ਸਾਰੀਆਂ ਝੂਠ ਦੀਆਂ ਪੰਡਾਂ, ਦੁੱਖ ਦੀਆਂ ਪੰਡਾਂ ਮੈਂ ਐਵੇਂ ਚੱਕੀ ਫਿਰਦਾ। ਸਮਝ ਆ ਗਈ, ਕਹਿੰਦਾ ਛੱਡੋ, ਛੱਡ ਦੋ ਇੱਥੇ। ਬਸ ਇੱਥੇ ਤੱਕ ਅਸੀਂ ਪਹੁੰਚਣਾ। ਅਗਲੀ ਮੀਟਿੰਗ 'ਚ ਸਾਰੇ ਆ ਜਾਓ।